वाहिगुरू जी का खालसा वाहिगुरू जी की फतेह। गुरु ਨੂੰ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਦਿਹਾੜਾ ਮਨਾ ਰਹੇ ਹਾਂ। ਸੋ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਮਹਾਨ ਕਵੀ, ਸੂਝਵਾਨ ਆਗੂ, ਦੁਖੀਆਂ ਦੇ ਦੁੱਖ ਤਾਰਨ ਵਾਲੇ ਬਹਾਦਰ ਜਰਨੈਲ, ਖਾਲਸੇ ਪੰਥ ਦੇ ਸਿਰਜਣਹਾਰ, ਸਰਬੰਸਦਾਨੀ ਕਲਗੀਧਰ ਪਾਤਸ਼ਾਹ। ਐਸਾ ਕੋਈ ਸਤਿਗੁਰੂ ਦੁਨੀਆ ਦੇ ਵਿੱਚ ਨਹੀਂ ਲੱਭਦਾ, ਐਸਾ ਆਗੂ ਕੋਈ ਨਹੀਂ ਲੱਭਦਾ ਜਿਸ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਵੱਡੀਆਂ ਵੰਗਾਰਾਂ ਦਾ ਮੁਕਾਬਲਾ ਡਟ ਕੇ ਕੀਤਾ ਹੋਵੇ। ਸੋ ਤਾਈਓ ਮਹਾਰਾਜ ਜੀ ਨੂੰ ਮਰਦ ਅਗੰਮੜਾ ਕਹਿੰਦੇ ਹਨ। ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਤੇ ਉਹਨਾਂ ਦੇ ਸਮਕਾਲੀ ਕਵੀ ਭਾਈ ਗੁਰਦਾਸ ਦੂਜਾ ਜੀ ਨੇ ਮਹਾਰਾਜ ਦੀ ਸਿਫਤ ਦੇ ਵਿੱਚ ਇਉਂ ਲਿਖਿਆ ਹੈ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਰੱਬੀ ਨੂਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਟਨਾ ਸ਼ਹਿਰ ਵਿਖੇ 1666 ਨੂੰ ਹੋਇਆ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ ਦੇ ਕੁੱਖੋਂ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸਾਧ ਸੰਗਤ ਜੀਓ, ਸੋ ਜਦੋਂ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਪੂਰਬ ਵਿੱਚ ਧਰਮ ਪ੍ਰਚਾਰ ਕਰਨ ਗਏ ਸਨ, ਤਾਂ ਉਸ ਵਕਤ ਸੈਯਦ ਭੀਖਣ ਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਪਟਨਾ ਸ਼ਹਿਰ ਵਿਖੇ ਆਏ ਤੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਉਂ ਅਰਦਾਸ ਕੀਤੀ ਕਿ ਦੋ ਕੁੱਜੀਆਂ ਲੈ ਕੇ ਗਏ ਉਹ, ਇੱਕ ਮੁਸਲਮਾਨਾਂ ਵੱਲੋਂ ਇੱਕ ਹਿੰਦੂਆਂ ਵੱਲੋਂ, ਕਿ ਮਹਾਰਾਜ ਜੇਕਰ ਇੱਕ 'ਤੇ ਹੱਥ ਰੱਖਣਗੇ ਮੈਂ ਸਮਝਾਂਗਾ ਕਿ ਇਹ ਹਿੰਦੂਆਂ ਦੇ ਨੇ, ਜੇ ਇੱਕ 'ਤੇ ਰੱਖਣਗੇ ਤਾਂ ਮੈਂ ਸਮਝਾਂਗਾ ਕਿ ਮੁਸਲਮਾਨਾਂ ਦੇ ਨੇ। ਤਾਂ ਮਹਾਰਾਜ ਜੀ ਨੇ ਆਪਣੇ ਸੋਹਣੇ ਕੋਮਲ ਹੱਥਾਂ ਦੇ ਨਾਲ ਦੋਨਾਂ ਕੁੱਜੀਆਂ ਦੇ ਹੱਥ ਰੱਖੇ ਤੇ ਉੱਥੇ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਅਸੀਂ ਸਾਰਿਆਂ ਦੇ ਸਾਂਝੇ ਹਾਂ, ਅਸੀਂ ਕਿਸੇ ਧਰਮ ਕਿਸੇ ਖਾਸ ਜਾਤ ਦੇ ਨਹੀਂ ਹਾਂ, ਅਸੀਂ ਸਭ ਦੇ ਸਾਂਝੇ ਹਾਂ। ਤਾਂ ਉਹਦੇ ਮਨ ਦੀ ਤ੍ਰਿਪਤੀ ਹੋਈ। ਸਾਧ ਸੰਗਤ ਜੀਓ, ਸੋ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਇਤਿਹਾਸ ਹੈ, ਜਿੰਨਾ ਆਪਾਂ ਉਹਨੂੰ ਪੜ੍ਹੀਏ ਜ਼ਿਕਰ ਕਰੀਏ, ਅਸੀਂ ਮਹਾਰਾਜ ਦੇ ਦੇਣੇ ਨਹੀਂ ਦੇ ਸਕਦੇ, ਕਿਉਂਕਿ ਮਹਾਰਾਜ ਦਾ ਜੋ ਇਤਿਹਾਸ ਹੈ ਉਹ ਸਮੁੰਦਰ ਹੈ। ਸਮੁੰਦਰ ਦੇ ਵਿੱਚੋਂ ਹੀਰੇ ਮੋਤੀ ਨਹੀਂ ਚੁਗੇ ਜਾ ਸਕਦੇ। ਸਾਧ ਸੰਗਤ ਜੀ, ਐਸੇ ਪਰਉਪਕਾਰ ਨੇ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਿ ਅਸੀਂ ਬਿਆਨ ਨਹੀਂ ਕਰ ਸਕਦੇ, ਅਸੀਂ ਦੇਣਾ ਨਹੀਂ ਦੇ ਸਕਦੇ ਸੱਚੇ ਪਾਤਸ਼ਾਹ ਜੀ ਦਾ। ਸੋ ਜ਼ਾਲਮਾਂ ਦੀ ਜੜ ਪੁੱਟਣ ਦੇ ਲਈ ਮਹਾਰਾਜ ਨੇ ਸੈਨਿਕ ਤਿਆਰੀਆਂ ਕੀਤੀਆਂ। ਆਪ ਮਹਾਰਾਜ ਨੇ ਹਰੇਕ ਪੱਖੋਂ ਸ਼ਸਤਰ ਵਿੱਦਿਆ ਧਾਰਨ ਕੀਤੀ। ਉੱਥੇ ਹੀ ਮਹਾਰਾਜ ਨੇ ਵਿੱਦਿਆ ਪ੍ਰਾਪਤੀ ਦੇ ਲਈ ਗੁਰਮੁਖੀ, ਫਾਰਸੀ, ਬ੍ਰਿਜ ਭਾਸ਼ਾ, ਹਿੰਦੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਔਰ ਮਹਾਰਾਜ ਜੀ ਨੇ ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੰਡੀ ਦੀਵਾਰ, ਅਕਾਲ ਉਸਤਤ, ਬਚਿੱਤਰ ਨਾਟਕ ਆਦਿ ਬਾਣੀਆਂ ਦੀ ਰਚਨਾ ਕੀਤੀ। ਸੋ ਸਾਧ ਸੰਗਤ ਜੀਓ, ਮਹਾਰਾਜ ਜੀ ਦਾ ਜੋ ਇਤਿਹਾਸ ਹੈ ਉਸ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਜਦੋਂ ਚਮਕੌਰ ਦਾ ਜੰਗ ਹੋ ਰਿਹਾ ਹੈ ਤਾਂ ਸਾਹਮਣੇ ਪਤਾ ਹੈ ਕਿ ਵੈਰੀ ਦੀ ਫੌਜ ਬਹੁਤ ਹੈ ਤੇ ਮੇਰੇ ਪੁੱਤਰਾਂ ਨੇ ਮੁੜ ਕੇ ਮੇਰੇ ਕੋਲ ਨਹੀਂ ਆਉਣਾ। ਤਾਂ ਸਾਧ ਸੰਗਤ ਜੀ, ਦੁਨੀਆ ਦੇ ਵਿੱਚ ਕਿਤੇ ਵੀ ਐਸਾ ਪਿਤਾ ਨਹੀਂ ਦਿਖਦਾ ਕਿ ਜਿਹੜਾ ਕਹੇ ਵੀ ਮੇਰੇ ਪੁੱਤਰ ਸ਼ਹੀਦ ਹੋਣ। ਆਪਾਂ ਦੇਖਦੇ ਹਾਂ, ਆਪਾਂ ਦੁਨਿਆਵੀ ਲੋਕ ਹਾਂ, ਆਪਾਂ ਕਹਿ ਦਿੰਦੇ ਹਾਂ ਵੀ ਮੇਰੇ ਤੇ ਤਕਲੀਫ ਆ ਜਾਵੇ ਪਰ ਮੇਰੀ ਔਲਾਦ ਤੇ ਨਾ ਆਵੇ। ਪਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਵਿੱਚ ਤੋਰਿਆ ਤੇ ਜਦੋਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਤਾਂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੇ ਵਿੱਚ ਜੈਕਾਰੇ ਗਜਾਏ। ਵਾਹਿਗੁਰੂ। ਤਾਂ ਮਹਾਰਾਜ ਜੀ ਨੇ ਉਸ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਮੈਂ ਆਪਣੀ ਅਮਾਨਤ ਤੈਨੂੰ ਲੁਟਾ ਦਿੱਤੀ ਹੈ। ਸੋ ਸੱਚੇ ਪਾਤਸ਼ਾਹ ਜੀ ਦਾ ਐਸਾ ਇਤਿਹਾਸ ਕਿਤੇ ਨਹੀਂ ਮਿਲਦਾ। ਕੋਈ ਦੁਨੀਆ ਦਾ ਐਸਾ ਆਗੂ ਨਹੀਂ ਹੈ ਕਿ ਜਿਹਨੇ ਆਪਣੇ ਪੁੱਤਰਾਂ ਦੀ ਸ਼ਹੀਦੀ ਉੱਤੇ ਇਸ ਤਰ੍ਹਾਂ ਖੁਸ਼ੀ ਦੇ ਵਿੱਚ ਜੈਕਾਰੇ ਗਜਾਏ ਹੋਣ। ਸੋ ਪਿਆਰੀ ਸਾਧ ਸੰਗਤ ਜੀਓ, ਮਹਾਰਾਜ ਜੀ ਨੇ 1699 ਦੇ ਵਿੱਚ ਖਾਲਸੇ ਪੰਥ ਦੀ ਸਿਰਜਣਾ ਕੀਤੀ। ਬਿਨਾਂ ਕਿਸੇ ਜਾਤ ਪਾਤ ਭਿੰਨ ਭੇਦ ਦੇ ਮਹਾਰਾਜ ਨੇ ਖੰਡੇ ਦੀ ਪਹਿਲ ਦੇ ਕੇ ਖਾਲਸਾ ਪੰਥ ਸਿਰਜਿਆ। ਸੋ ਮਹਾਰਾਜ ਨੇ
ਬਹੁਤ ਪਰਉਪਕਾਰ ਕੀਤੇ ਨੇ ਸੱਚੇ ਪਾਤਸ਼ਾਹ ਜੀ ਨੇ। ਜਿੱਥੇ ਮੁਗਲਾਂ ਦੇ ਨਾਲ ਅਨੇਕਾਂ ਯੁੱਧ ਲੜੇ, ਬਿਨਾਂ ਕਿਸੇ ਰਾਜ ਦੀ ਸਥਾਪਤੀ ਦੇ ਲਈ, ਕਿਸੇ ਮਤਲਬ ਦੇ ਲਈ, ਸਿਰਫ ਤੇ ਸਿਰਫ ਦੇਸ਼ ਕੌਮ ਦੇ ਲਈ, ਦੀਨ ਦੁਖੀਆਂ ਦੇ ਦੁੱਖ ਹਰਨ ਵਾਸਤੇ ਮਹਾਰਾਜ ਨੇ ਇਹ ਸਾਰੇ ਹੀ ਯੁੱਧ ਲੜੇ ਨੇ, ਜਿਨ੍ਹਾਂ ਦਾ ਕਿ ਜ਼ਿਕਰ ਮਹਾਰਾਜ ਨੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਦਿੱਤਾ ਕਿ ਇਹ ਯੁੱਧ ਮੈਂ ਧਰਮ ਦੀ ਖਾਤਰ ਲੜੇ ਨੇ, ਮੈਨੂੰ ਕੋਈ ਸੌਂਕ ਨਹੀਂ ਸੀ। ਸੋ ਪਿਆਰਿਓ, ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਰਹਿਤਾਂ ਬਖਸ਼ੀਆਂ ਨੇ, ਖਾਲਸੇ ਨੂੰ ਆਪਣਾ ਰੂਪ ਕਿਹਾ ਹੈ। ਜਦੋਂ ਮਾਤਾ ਜੀ ਨੇ ਪੁੱਛਿਆ ਸੀ ਕਿ ਗੁਰੂ ਸਾਹਿਬ ਜੀ ਨੂੰ ਕਿ ਪੁੱਤਰ ਨਹੀਂ ਦਿਖ ਰਹੇ, ਤਾਂ ਮਹਾਰਾਜ ਨੇ ਆਪਣੇ ਸਿੱਖਾਂ ਵੱਲ ਹੱਥ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਤਾਂ ਸਾਡੇ ਉੱਤੇ ਐਸਾ ਪਰਉਪਕਾਰ ਕੀਤਾ ਮਹਾਰਾਜ ਨੇ, ਸਾਡੇ ਉੱਤੋਂ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਤੇ ਸਾਨੂੰ ਸਰਦਾਰੀਆਂ ਬਖਸ਼ੀਆਂ। ਸੋ ਸੱਚੇ ਪਾਤਸ਼ਾਹ ਜੀ ਦਾ ਆਪਾਂ ਦੇਣਾ ਨਹੀਂ ਦੇ ਸਕਦੇ। ਸਾਧ ਸੰਗਤ ਜੀ, ਆਓ ਮਹਾਰਾਜ ਦਾ ਜਨਮ ਦਿਹਾੜਾ ਮਨਾਉਣੇ ਹਾਂ, ਮਨਾਉਣਾ ਚਾਹੀਦਾ ਹੈ। ਸਾਡੇ ਪਿਤਾ ਨੇ, ਪਰੰਤੂ ਉਹਨਾਂ ਦੇ ਪਾਏ ਪੂਰਨਿਆਂ ਦੇ ਤੁਰਨ ਦਾ ਫਰਜ਼ ਵੀ ਸਾਡਾ ਬਣਦਾ ਹੈ। ਅਸੀਂ ਹਰੇਕ ਸਾਲ ਮਹਾਰਾਜ ਦਾ ਜਨਮ ਦਿਨ ਮਨਾਉਣੇ ਹਾਂ, ਪ੍ਰਕਾਸ਼ ਦਿਹਾੜਾ ਮਨਾਉਣੇ ਹਾਂ, ਪਰੰਤੂ ਅਸੀਂ ਮਹਾਰਾਜ ਤੋਂ ਅੰਮ੍ਰਿਤ ਦੀ ਦਾਤ ਮੰਗੀਏ, ਗੁਰਸਿੱਖੀ ਮੰਗੀਏ, ਬਾਣੀ ਬਾਣਾ ਮੰਗੀਏ ਕਿ ਮਹਾਰਾਜ ਅਸੀਂ ਤੁਹਾਡੇ ਵੱਲੋਂ ਬਖਸ਼ੇ ਰਸਤੇ ਉੱਤੇ ਚੱਲੀਏ। ਜਿਹੜਾ ਅਸੀਂ ਵਿਦਾਵਾ ਲਿਖੀ ਬੈਠੇ ਹਾਂ ਮਹਾਰਾਜ, ਉਹ ਵੀ ਸਾਡਾ ਪਾੜ ਦਿਓ, ਸਾਡੇ ਉੱਤੇ ਤਰਸ ਕਰ ਲਓ। ਸੋ ਸਾਡਾ ਜਨਮ ਵੀ ਸਫਲਾ ਹੋ ਜਾਵੇ। ਸਾਧ ਸੰਗਤ ਜੀਓ, ਅਸੀਂ ਜਾਤ ਪਾਤ ਉੱਤੇ ਉੱਠੀਏ ਤੇ ਜਿਹੜੀਆਂ ਸਾਡੇ ਵਿੱਚ ਬੁਰਾਈਆਂ ਨੇ, ਸਮਾਜਿਕ ਬੁਰਾਈਆਂ ਨੇ, ਉਹਨਾਂ ਨੂੰ ਅਸੀਂ ਦੂਰ ਕਰੀਏ, ਮਜ਼ਲੂਮਾਂ ਦੀ ਰੱਖਿਆ ਕਰੀਏ ਔਰ ਆਪਸੀ ਪਿਆਰ ਵਿੱਚ ਰਹੀਏ ਤੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ ਕਿ ਮਹਾਰਾਜ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੋ, ਖਾਲਸੇ ਦੇ ਨਿਸ਼ਾਨ ਝੁਲਾਓ, ਨਗਾਰਾ ਵਜਾਓ, ਲੋ ਲੰਗਰ ਤਪਾਓ, ਗੁਰਸਿੱਖਾਂ ਦੀ ਸੰਗਤ ਬਖਸ਼ੋ। ਮਹਾਰਾਜ ਤੋਂ ਇਹ ਮੰਗੀਏ। ਸਾਧ ਸੰਗਤ ਜੀਓ, ਸੋ ਦੁਬਾਰਾ ਫਿਰ ਆਪ ਸਮੁੱਚੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸੋ ਸਾਧ ਸੰਗਤ ਜੀਓ, ਮਹਾਰਾਜ ਦਾ ਜੋ ਇਤਿਹਾਸ ਹੈ ਬਹੁਤ ਵੱਡਾ ਹੈ। ਇੱਥੇ ਆਪਾਂ ਨੇ ਇੱਕ ਸੰਖੇਪ ਮਾਤਰ ਹੀ ਜ਼ਿਕਰ ਕੀਤਾ ਹੈ ਮਹਾਰਾਜ ਦੇ ਜਨਮ ਦਿਨ ਦੇ ਉੱਤੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।